Good morning, students. Open your books on page number 182, chapter number 15, some natural phenomena. We will discuss in this chapter about static electricity, about lightning, about thunderstorm, and other natural activities, natural phenomena which we observe in our daily life. So, one by one, we will discuss in this chapter. So, human beings live ਇਨ ਦੀ ਲੈਪ ਆਫ ਮਦਰ ਨੇਚਰ। ਸੋ ਸਾਡੇ ਕੋਲ ਕੋਈ ਇਨਸਾਨ ਹੈ ਜਿਹੜੇ ਜਿੰਨੇ ਵੀ ਹਿਊਮਨ ਬੀਇੰਗਸ ਨੇ ਉਹ ਸਾਡੇ ਕੋਲ ਮਦਰ ਨੇਚਰ ਦੇ ਵਿੱਚ ਉਹਦੀ ਗੋਦ ਦੇ ਵਿੱਚ ਰਹਿੰਦੇ ਨੇ। ਹਰ ਐਗਜ਼ਿਸਟੈਂਸ ਇਜ਼ ਅ ਗਿਫਟ ਫਰੋਮ ਹਰ। ਵੀ ਹਿਊਮਨਸ ਆਰ ਕੌਨਸਟੈਂਟਲੀ ਯੂਜ਼ਿੰਗ ਦੀ ਨੈਚੁਰਲ ਰਿਸੋਰਸਿਸ ਪ੍ਰੋਵਾਈਡਡ ਬਾਈ ਹਰ ਫॉर ਆਰ ਡਿਵੈਲਪਮੈਂਟ। ਸੋ ਉਹਦੀ ਐਗਜ਼ਿਸਟੈਂਸ, ਸਾਡੀ ਜਿਹੜੀ ਐਗਜ਼ਿਸਟੈਂਸ ਆ ਉਹਦਾ ਇੱਕ ਗਿਫਟ ਹੈ ਉਹਦੇ ਵੱਲੋਂ। ਸੋ ਜਿਹੜੀ ਹਿਊਮਨਸ ਨੇ ਉਹ ਕੌਨਸਟੈਂਟਲੀ ਜਿਹੜੇ ਨੈਚੁਰਲ ਰਿਸੋਰਸਿਸ ਨੇ ਆਪਾਂ ਡੇ ਬਾਈ ਡੇ ਯੂਜ਼ ਕਰ ਰਹੇ ਜਿਹੜੇ ਉਹਦੇ ਥਰੂ ਡਿਵੈਲਪ ਕੀਤੇ ਗਏ ਨੇ। ਸੋ ਇਨ ਡੂਇੰਗ ਸੋ ਵੀ ਚੇਂਜ ਦੀ ਨੇਚਰ ਐਂਡ ਇਟਸ ਬੈਲੈਂਸ। ਸੋ ਉਹਨਾਂ ਨੂੰ ਯੂਜ਼ ਕਰਦੇ ਕਰਦੇ ਕਿਤੇ ਸਾਡੇ ਕੋਲ ਜਿਹੜੀ ਨੇਚਰ ਆ ਉਹਦਾ ਬੈਲੈਂਸ ਅਤੇ ਜਿਹੜੀ ਉਹਦੀ ਕੰਡੀਸ਼ਨਸ ਨੇ ਉਹ ਚੇਂਜ ਹੋ ਜਾਂਦੀਆਂ ਨੇ। ਸੋ ਸਮਟਾਈਮਸ ਨੇਚਰ ਲੈਸ਼ਸ ਬੈਕ ਐਂਡ ਦੈਨ ਵੀ ਰਿਲਾਈਜ਼ ਹਾਊ ਸਮੋਲ ਐਂਡ ਹੈਲਪਲੈਸ ਵੀ ਆਰ ਅਗੇਂਸਟ ਹਰ ਪਾਵਰ। ਸੋ ਨੇਚਰ ਆਪਣੇ ਆਪ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਜਿੱਥੋਂ ਸਾਨੂੰ ਰਿਲਾਈਜ਼ ਹੁੰਦਾ ਕਿ ਅਸੀਂ ਕਿੰਨੇ ਛੋਟੇ ਹਾਂ ਉਹਦੇ ਸਾਹਮਣੇ, ਕਿੰਨੇ ਹੈਲਪਲੈਸ ਹੈ ਕਿ ਉਹਦੀ ਪਾਵਰ ਦੇ ਅੱਗੇ ਕੁਛ ਵੀ ਨਹੀਂ ਚੱਲਦਾ ਹੈ। ਕਿਉਂਕਿ ਜਦੋਂ ਅਸੀਂ ਜ਼ਿਆਦਾ ਉਹਨੂੰ ਹਾਰਮ ਪਹੁੰਚਾਉਂਦੇ ਹਾਂ, ਹਾਰਮਫੁਲ ਕਰਦੇ ਆ, ਜ਼ਿਆਦਾ ਰਿਸੋਰਸਿਸ ਯੂਜ਼ ਕਰਦੇ ਹਾਂ, ਉਹਦਾ ਬੈਲੈਂਸ ਆ ਜਿਹੜਾ ਅਨਬੈਲੈਂਸ ਕਰਦੇ ਆ, ਤਾਂ ਉਹ ਸਾਡੇ ਕੋਲ ਕਿਤੇ ਨਾ ਕਿਤੇ ਉਹਦੇ 'ਚ ਵੀ ਜਿਹੜੀਆਂ ਹੈਗੀਆਂ ਚੇਂਜਸ ਆਉਂਦੀਆਂ ਨੇ ਵਿਚ ਆਰ ਵੈਰੀ ਹਾਰਮਫੁਲ ਫॉर ਅਸ। ਸੋ ਉਹ ਆਪਣੇ ਆਪ ਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਸ ਟਾਈਮ 'ਤੇ ਵੀ ਰਿਲਾਈਜ਼ ਕਿ ਅਸੀਂ ਕਿੰਨੇ ਹੈਲਪਲੈਸ ਆ, ਕਿੰਨੇ ਸਮੋਲ ਆ ਉਹਦੇ ਸਾਹਮਣੇ, ਕਿੰਨੇ ਛੋਟੇ ਹਾਂ। So what we learn in this chapter, we will learn about lightning and earthquake. So these natural phenomena we will discuss in this chapter, lightning and earthquake. So these natural phenomena we will discuss in this chapter. So first topic, lightning. So lightning has existed in the universe since its formation. So light exist ਕਰਦੀ ਹੈ ਜਦੋਂ ਦਾ ਇਹ ਬਣਿਆ universe. So in ancient times, people thought that God showed their anger through lightning. ਸੋ ਪੁਰਾਣੇ ਟਾਈਮ ਦੇ ਵਿੱਚ ਲੋਕ ਸੋਚਦੇ ਸੀ ਕਿ ਜਿਹੜਾ ਪਰਮਾਤਮਾ ਹੈ, ਗੋਡ ਹੈ, ਉਹ ਆਪਣੇ ਗੁੱਸੇ ਨੂੰ ਸ਼ੋ ਕਰਦਾ ਥਰੂ ਲਾਈਟਨਿੰਗ। ਟੂਡੇ ਵੀ ਨੋ ਦੈਟ ਲਾਈਟਨਿੰਗ ਇਜ਼ ਨਥਿੰਗ ਬਟ ਇਲੈਕਟ੍ਰਿਸਿਟੀ। ਐਟ ਪ੍ਰੈਜ਼ੈਂਟ ਟਾਈਮ ਵੀ ਨੋ ਦੈਟ ਇਟ ਇਜ਼ ਅ ਫਾਰਮ ਆਫ ਐਨ ਇਲੈਕਟ੍ਰਿਸਿਟੀ। So in order to learn more about lightning, we need to first learn about static electricity and electric spark. So before going to lightning topic, we discuss static electricity and electric sparks. So these points we will discuss one by one before starting lightning topic. So first, static electricity. So according to historical accounts, the knowledge of electricity dates back to about 600 BCE when a Greek mathematician Thales discovered that. So history ਜਿਹੜੀ ਹੈਗੀ ਹੈ ਕਿ electricity 600 BCE ਦੇ ਟਾਈਮ ਇੱਕ ਗ੍ਰੀਕ ਦਾ ਮੈਥਮੈਟੀਸ਼ੀਅਨ ਸੀ ਥਾਲਸ discovered it. So when amber is rubbed again animal fur, ਜਦੋਂ ਉਹਨੇ ਅੰਬਰ ਨੂੰ ਐਨੀਮਲ ਫਰ ਦੇ ਨਾਲ, ਜਾਨਵਰ ਦੀ ਜੱਤ ਦੇ ਨਾਲ ਰਗੜਿਆ, it attracts light objects. ਜਿਵੇਂ ਅਸੀਂ ਸਕੇਲ ਨੂੰ ਹੇਅਰਸ ਦੇ ਵਿੱਚ ਰਬ ਕਰਦੇ ਹਾਂ, ਉਸ ਤੋਂ ਬਾਅਦ ਪੇਪਰ ਨੂੰ ਉਹਦੇ ਵੱਲ ਨੂੰ ਅਟਰੈਕਟ ਕਰਵਾਉਂਦੇ ਹਾਂ। ਸੋ ਸਿਮਿਲਰਲੀ ਅੰਬਰ ਦੇ ਟੁਕੜੇ ਨੂੰ ਉਹਨੇ ਜਦੋਂ ਐਨੀਮਲ ਫਰ ਦੇ ਨਾਲ ਰਗੜਿਆ, ਰਬ ਕੀਤਾ, ਤਾਂ ਉਹਨੇ ਲਾਈਟ ਆਬਜੈਕਟਸ ਨੂੰ ਆਪਣੇ ਵੱਲ ਨੂੰ ਅਟਰੈਕਟ ਕੀਤਾ। ਸੋ ਇਟ ਵਾਜ਼ ਥਾਟ ਦੈਟ ਹੀ ਨੋਟਿਸ ਦੈਟ ਸਟੈਟਿਕ ਇਲੈਕਟ੍ਰਿਸਿਟੀ ਪ੍ਰੋਡਿਊਸਡ ਇਨ ਐਂਬਰ ਔਨ ਰਬਿੰਗ। ਇਹਦਾ ਮਤਲਬ ਕਿਤੇ ਨਾ ਕਿਤੇ ਸਾਡੇ ਕੋਲ ਜਿਹੜੀ ਸਟੈਟਿਕ ਇਲੈਕਟ੍ਰਿਸਿਟੀ ਉਹਦੇ 'ਚ ਡਿਵੈਲਪ ਹੋ ਗਈ ਅੰਬਰ ਦੇ ਵਿੱਚ ਜਦੋਂ ਅਸੀਂ ਇਹਨੂੰ ਰਬ ਕੀਤਾ। So in the earlier 18th century, many experiments were made in the field of electricity and static electric generator were developed. ਸੋ ਸਟਾਰਟਿੰਗ ਦੇ ਵਿੱਚ 18th ਸੈਂਚੁਰੀ ਦੇ ਵਿੱਚ ਬਹੁਤ ਸਾਰੇ ਐਕਸਪੈਰੀਮੈਂਟ ਆ ਜਿਹੜੇ ਇਲੈਕਟ੍ਰਿਸਿਟੀ ਦੇ ਫੀਲਡ ਦੇ ਵਿੱਚ ਆਏ ਅਤੇ ਸਟੈਟਿਕ ਇਲੈਕਟ੍ਰਿਕ ਜਨਰੇਟਰ ਵੀ ਡਿਵੈਲਪ ਹੋਇਆ। ਸੋ ਵਟ ਐਗਜ਼ੈਕਟਲੀ ਇਜ਼ ਸਟੈਟਿਕ ਇਲੈਕਟ੍ਰਿਸਿਟੀ? ਸਟੈਟਿਕ ਇਲੈਕਟ੍ਰਿਸਿਟੀ ਹੈ ਕੀ ਹੈ? ਲੈਟ ਅਸ ਡੂ ਸਮ ਐਕਟੀਵਿਟੀ ਟੂ ਅੰਡਰਸਟੈਂਡ ਦੀ ਨੇਚਰ ਆਫ ਸਟੈਟਿਕ ਇਲੈਕਟ੍ਰਿਸਿਟੀ। ਸੋ ਐਕਟੀਵਿਟੀ 15.1, take a plastic scale or a comb, tear a paper into a small pieces and keep them near you. ਸੋ ਇੱਕ ਪਲਾਸਟਿਕ ਦਾ ਸਕੇਲ ਲਓ ਜਾਂ ਇੱਕ ਕੰਘਾ ਲੈ ਲਓ। ਸੋ ਪੇਪਰ ਦੇ ਛੋਟੇ ਛੋਟੇ ਟੁਕੜੇ ਕਰ ਦਿਓ ਉਹਨੂੰ ਅਤੇ ਉਹਦੇ ਨੇੜੇ ਰੱਖੋ। ਸੋ ਨਾਓ ਰਬ, ਉਹ ਅਟਰੈਕਟ ਨਹੀਂ ਕਰੂਗਾ, ਬਟ ਨਾਓ ਯੂ ਰਬ ਦੀ ਕਮ ਔਰ ਪਲਾਸਟਿਕ ਸਕੇਲ ਵਿਗਰਸਲੀ ਇਨ ਯੂਰ ਹੇਅਰ ਵਿਚ ਸ਼ੁੱਡ ਬੀ ਡਰਾਈ। ਜਿਹੜੇ ਹੇਅਰਸ ਨੇ ਤੁਹਾਡੇ ਉਹ ਡਰਾਈ ਹੋਣੇ ਚਾਹੀਦੇ ਹੈ।
सो क्योंकि ज़्यादा फ्रिक्शन होगी तो चार्ज ज़्यादा डिवेलप होगा. सो bring the rubbing comb near the paper pieces, they stick to comb for a few seconds. ਸੋ ਜਦੋਂ ਉਸ ਜਿਹੜਾ ਤੁਸੀਂ ਰੱਬ ਕੀਤਾ comb with hair, dry hair, ਉਹਨੂੰ ਜਦੋਂ ਪੇਪਰ ਦੇ ਪੀਸਿਸ ਛੋਟੇ ਛੋਟੇ ਲਾਈਟ ਵੇਟ ਪੇਪਰ ਦੇ ਪੀਸਿਸ ਦੇ ਕੋਲੇ ਲੈ ਕੇ ਜਾਓਗੇ ਤਾਂ ਸਾਡੇ ਕੋਲੇ ਜਿਹੜਾ ਉਹ ਪੇਪਰ ਦੇ ਪੀਸਿਸ ਨੇ ਫਿਊ ਸੈਕਿੰਡਸ ਲਈ ਕੁਛ ਟਾਈਮ ਲਈ ਉਹਦੇ ਵੱਲ ਨੂੰ ਅਟਰੈਕਟ ਹੋਣਗੇ, ਉਹਦੇ ਨਾਲ ਸਟਿਕ ਹੋ ਜਾਣਗੇ, ਚਿੰਬੜ ਜਾਣਗੇ. ਵੈਨ ਯੂ ਰਬ ਦੀ comb ਵਿਗਰਸਲੀ ਅਗੇਂਸਟ ਯੂਅਰ ਹੇਅਰ, ਵਟ ਹੈਪਨ ਕਿ ਕਿਉਂ ਅਟਰੈਕਟ ਕੀਤੇ? ਸੋ ਜਦੋਂ ਅਸੀਂ ਵਿਗਰਸਲੀ ਰਬ ਕੀਤਾ ਅਗੇਂਸਟ ਹੇਅਰ, ਇਟ ਰਿਕੁਆਇਰਸ ਇਲੈਕਟ੍ਰਿਕ ਚਾਰਜ, ਉਹਦੇ ਤੇ ਇਲੈਕਟ੍ਰਿਕ ਚਾਰਜ ਡਿਵੈਲਪ ਹੋ ਗਿਆ. ਦਿਸ ਚਾਰਜ ਹੈਲਪਸ ਟੂ ਅਟਰੈਕਟ ਦੀ ਪੀਸਿਸ ਆਫ ਪੇਪਰ. So the force of attraction between the comb and the piece of paper is electrostatic force. ਉਹ ਜਿਹੜੀਆਂ forces ਸੀਗੀਆਂ comb ਦੇ ਵਿੱਚ ਤੇ pieces of paper ਜਾਂ plastic scale ਜਾਂ piece of paper ਦੇ ਵਿੱਚ, ਉਹ ਕਿਹੜੀ ਸੀ? electrostatic force. You try to do this activity at your home with plastic scale or comb. Activity 15.2, take 2 balloons, inflate them and hang them close to each other. So 2 balloon ਲਓ, ਉਹਨਾਂ ਨੂੰ inflate ਕਰੋ. So from a ball or a stick using a string, ਉਹਨਾਂ ਨੂੰ ਨੇੜੇ ਨੇੜੇ. Now rub both the balloons vigorously with your hair. ਦੋਨਾਂ ਨੂੰ ਚੰਗੀ ਤਰ੍ਹਾਂ ਆਪਣੇ ਹੇਅਰਸ ਨਾਲ ਰਗੜੋ. Hang them again, you will see they move away from each other. ਜਦੋਂ ਉਹਨਾਂ ਨੂੰ ਦੁਬਾਰਾ ਤੁਸੀਂ ਇੱਕ ਦੂਜੇ ਦੇ ਨੇੜੇ ਲੈ ਕੇ ਗਏ, ਉਹਨਾਂ 'ਚ ਕੀ ਆ ਗਈਆਂ? ਰਿਪਲਸ਼ਨਸ ਆ ਗਈਆਂ. ਸੋ ਇਲੈਕਟ੍ਰਿਕ ਇਹਦੇ ਤੇ ਪੋਜ਼ਿਟਿਵ ਚਾਰਜ, ਇਹਦੇ ਤੇ ਵੀ ਪੋਜ਼ਿਟਿਵ ਚਾਰਜ ਡਿਵੈਲਪ ਹੋ ਗਿਆ ਬਿਕੋਜ਼ ਸਿਮਿਲਰ ਚਾਰਜ ਰਿਪੈਲ ਟੂ ਈਚ ਅਦਰ. ਯੂ ਕੈਨ ਰਿਪੀਟ ਦੀ ਸੇਮ ਐਕਟੀਵਿਟੀ ਵਿਦ 2 used ball pen riffles ਬਾਈ ਰਬਿੰਗ ਅਗੇਂਸਟ ਅ ਪੋਲੀਥੀਨ. ਸੋ ਤੁਸੀਂ ਬਾਲ ਪੈਨ ਰਿਫਲਸ ਦੇ ਨਾਲ ਵੀ ਇਹ ਜਿਹੜੀ ਐਕਟੀਵਿਟੀ ਹੈ ਉਹਨੂੰ ਪਰਫਾਰਮ ਕਰ ਸਕਦੇ ਹੋ ਜਦੋਂ ਪੋਲੀਥੀਨ ਦੇ ਅਗੇਂਸਟ ਉਹਨੂੰ ਰਬ ਕਰਦੇ ਹੋ. ਯੂ ਆਰ ਈਜ਼ੀਲੀ ਪਰਫਾਰਮ ਥੀਸ ਐਕਟੀਵਿਟੀਜ਼ ਐਟ ਯੂਅਰ ਹੋਮ. So try to do these 2 activities at your home and learn about a static electricity and what type of electrostatic force, and try to with other substance to do these type of activities. Okay, so if you guys have any doubt up to this topic, you can call me or through message you clarify your doubt. Thank you.